ਵਾਹਿਗੁਰੂ ਜੀਓ। ਪੁਰਾਣਾ ਮਨੁੱਖ। ਸੰਸਾਰ ਦੇ ਸਿਆਣਿਆਂ ਦਾ ਭਾਵੇਂ ਹੋਰ ਗੱਲ 'ਤੇ ਮਤਭੇਦ ਹੋਵੇ, ਪਰ ਇਸ ਗੱਲ 'ਤੇ ਸਾਰੇ ਸਹਿਮਤ ਹਨ ਕਿ ਕਿਸਮਤ ਜਗਤ ਵਿੱਚ ਮਨੁੱਖ ਸਭ ਤੋਂ ਉਚੇਰਾ ਹੈ। ਭਾਵੇਂ ਇਸ ਦੀ ਉਚਾਈ ਦੇ ਕਾਰਨ ਕੋਈ ਕਿਸੇ ਤਰ੍ਹਾਂ ਵੀ ਕਿਉਂ ਨਾ ਬਿਆਨ ਕਰਦਾ ਹੋਵੇ, ਪਰ ਸਭ ਦੇ ਰਾਗਾਂ ਦੀ ਤਾਰ ਇੱਥੇ ਹੀ ਟੁੱਟਦੀ ਹੈ ਕਿ ਕੀ ਪ੍ਰਕਿਰਤੀ ਮੰਡਲ ਅਤੇ ਕੀ ਜੀਵ ਸ਼੍ਰੇਣੀ, ਸਭ ਵਿੱਚ ਮਨੁੱਖ ਹੀ ਪ੍ਰਧਾਨ ਹੈ। ਜੇ ਗਹੁ ਕਰਕੇ ਤੱਕੀਏ ਤਾਂ ਇਹ ਗੱਲ ਹੈ ਵੀ ਠੀਕ, ਕੋਈ ਬੜੀ ਗੁੰਝਲਦਾਰ ਨਹੀਂ। ਇਹ ਪ੍ਰਮੁੱਖ ਹੈ ਕਿ ਪ੍ਰਕਿਰਤੀ ਦੇ ਹਰ ਇੱਕ ਅੰਗ ਤੋਂ ਮਨੁੱਖ ਆਪਣੀ ਮਨਮਰਜ਼ੀ ਦੇ ਲਾਭ ਉਠਾਉਂਦਾ ਹੈ ਅਤੇ ਪਸ਼ੂਆਂ 'ਤੇ ਹਕੂਮਤ ਕਰਦਾ ਹੈ। ਜਾਨਦਾਰ ਸ਼੍ਰੇਣੀ ਦਾ ਬੜਾ ਜਾਨਵਰ ਹਾਥੀ ਮਨੁੱਖ ਦੇ ਅੰਕਸ਼ ਹੇਠਾਂ ਸਵਾਰੀ ਦਿੰਦਾ ਹੈ। ਮਿਰਗ ਦੀਆਂ ਖੱਲਾਂ 'ਤੇ ਸੰਨਿਆਸੀ ਮਨੁੱਖ ਬੈਠ ਤਪ ਕਰਦੇ ਹਨ। ਪ੍ਰਕਿਰਤੀ ਦੀਆਂ ਬੜੀਆਂ ਅਜੋੜ ਸ਼ਕਤੀਆਂ ਪਾਣੀ ਅਤੇ ਅੱਗ ਨੂੰ ਇੱਕ ਥਾਂ ਜੋੜ ਉਹਨਾਂ ਦਾ ਸਟੀਮ ਬਣਾ ਮਨੁੱਖ ਦੀ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ। ਗੱਲ ਕਿ ਇਸ ਧਰਤੀ 'ਤੇ ਮਨੁੱਖ ਦੀ ਚੌਧਰ ਹੈ ਅਤੇ ਹੋਰ ਜੋਨੀਆਂ ਉਸ ਦੀਆਂ ਪਨਹਾਰੀਆਂ ਹਨ। ਇਸ ਲਈ ਜੇ ਮਨੁੱਖ ਹੀ ਬਦਲੇ ਤਾਂ ਸਮਾਂ ਬਦਲਦਾ ਹੈ। ਜੇ ਮਨੁੱਖ ਵਿੱਚ ਹੀ ਪਲਟਾ ਆਵੇ ਤਾਂ ਹੀ ਯੁੱਗ ਪਲਟਦਾ ਹੈ। ਜਾਂ ਇਉਂ ਕਹਿ ਲਵੋ ਕਿ ਯੁੱਗ ਪਲਟਣ ਨਾਲ ਮਨੁੱਖ ਪਲਟਦਾ ਹੈ ਅਤੇ ਮਨੁੱਖ ਪਲਟਣ ਨਾਲ ਯੁੱਗ ਪਲਟਦਾ ਹੈ। ਕਿਉਂਕਿ ਯੁੱਗ ਅਤੇ ਮਨੁੱਖ ਇੱਕ ਦੂਜੇ ਨਾਲ ਅਜਿਹੇ ਜੁੜੇ ਹੋਏ ਹਨ ਕਿ ਦੋਹਾਂ ਦੀ ਹੋਂਦ ਨੂੰ ਅਲੱਗ-ਅਲੱਗ ਨਹੀਂ ਜਾਂਚਿਆ ਜਾ ਸਕਦਾ। ਇਹੀ ਕਾਰਨ ਹੈ ਕਿ ਨਵੇਂ ਯੁੱਗ ਦਾ ਸੰਦੇਸ਼ ਦੇਣ ਵਾਲਿਆਂ ਨੇ ਨਵੇਂ ਮਨੁੱਖ ਜੀਵਨ ਦੀ ਖਬਰ ਦਿੱਤੀ। ਕਿਉਂਕਿ ਜੇ ਮਨੁੱਖੀ ਜੀਵਨ ਵਿੱਚ ਨਵੀਨਤਾ ਆਵੇ ਤਾਂ ਯੁੱਗ ਨੇ ਆਪਣੇ ਆਪ ਹੀ ਨਵੀਨ ਹੋ ਜਾਣਾ ਹੋਇਆ। ਇਹੀ ਕਾਰਨ ਹੈ ਕਿ ਪੁਰਾਣੇ ਮਨੁੱਖੀ ਜੀਵਨ ਦੇ ਮੁੱਕਣ ਨਾਲ ਹੀ ਪੁਰਾਣਾ ਯੁੱਗ ਮੁੱਕ ਜਾਂਦਾ ਹੈ। ਗੁਰੂ ਨਾਨਕ ਨੇ ਨਵੇਂ ਯੁੱਗ ਦੀ ਖਬਰ ਦਿੱਤੀ ਹੈ, ਜਿਸ ਨੂੰ ਇਉਂ ਕਹਿ ਲਵੋ ਤਾਂ ਸਹੀ ਹੋਵੇਗਾ ਕਿ ਉਹਨਾਂ ਨੇ ਨਵੇਂ ਮਨੁੱਖੀ ਜੀਵਨ ਦਾ ਪਤਾ ਦਿੱਤਾ ਹੈ। ਇਹ ਨਵਾਂ ਜੀਵਨ ਮੁਕੰਮਲ ਜੀਵਨ ਹੈ। ਇਸ ਵਿੱਚੋਂ ਪੁਰਾਣੀਆਂ ਤਰੁੱਟੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਪੁਰਾਣੇ ਯੁੱਗ ਦੇ ਇਤਿਹਾਸ 'ਤੇ ਨਿਗਾਹ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਮਨੁੱਖ ਪੁਰਾਣੇ ਯੁੱਗ ਵਿੱਚ ਜਾਂ ਕਿਸੇ ਦਾ ਮੰਗਤ ਅਤੇ ਗੁਲਾਮ ਅਤੇ ਜਾਂ ਜੀਵਨ ਵੱਲੋਂ ਉਪਰਾਮ ਅਤੇ ਨਿਰਾਸ਼ ਬਣਾਇਆ ਗਿਆ ਸੀ। ਪਿਛਲੇ ਯੁੱਗ ਵਿੱਚ ਮਨੁੱਖੀ ਜੀਵਨ ਦੀ ਘਾੜਤ ਘੜਨ ਦੀਆਂ ਦੋ ਟਕਸਾਲਾਂ ਸਨ। ਇੱਕ ਦਾ ਪਹਾੜਾ ਫਲਸਤੀਨ ਵਿੱਚ ਸੀ ਅਤੇ ਦੂਜੀ ਦਾ ਦਰਿਆਏ ਕਾਬਲ ਅਤੇ ਸਿੰਧ ਤੋਂ ਲੰਘ ਪੰਜਾਬ ਦੇ ਦਰਿਆਵਾਂ ਦੇ ਦਰਮਿਆਨ ਫੈਲੀ ਹੋਈ ਖੂਬਸੂਰਤ ਚਰਾਗਾਹਾਂ ਦੀ ਧਰਤੀ ਦੇ ਰਮਣੀਕ ਵਣਾਂ ਵਿੱਚ। ਪਹਿਲੀ ਟਕਸਾਲ ਵਿੱਚ ਜੋ ਜੀਵਨ ਘੜਿਆ ਗਿਆ, ਉਹ ਮਨੁੱਖ ਨੂੰ ਇਹ ਦ੍ਰਿੜਾਉਂਦਾ ਸੀ ਕਿ ਉਹ ਜਗਤ ਦਾ ਆਖਰੀ ਮਾਲਕ ਨਹੀਂ, ਸਗੋਂ ਮਾਲਕ ਆਸਮਾਨਾਂ ਦੀਆਂ ਉਚਾਈਆਂ 'ਤੇ ਰਹਿੰਦਾ ਹੈ ਅਤੇ ਸੰਸਾਰ ਦੀ ਮਰਿਆਦਾ ਚਲਾਉਣ ਲਈ ਆਪਣੀ ਕਾਇਮ ਕੀਤੀ ਹੋਈ ਨਿਯਮਾਵਲੀ ਫਰਿਸ਼ਤਿਆਂ ਦੇ ਰਾਹੀਂ ਮਨੁੱਖ ਨੂੰ ਸੁਣਾਉਂਦਾ ਹੈ। ਮਨੁੱਖ ਉਸ ਆਸਮਾਨਾਂ ਵਾਲੇ ਮਾਲਕ ਦਾ ਇੱਕ ਨਾਚੀਜ਼ ਦਾਸ ਅਤੇ ਉਸ ਦੀਆਂ ਰਹਿਮਤਾਂ ਅਤੇ ਬਰਕਤਾਂ ਦਾ ਮੰਗਤਾ ਹੈ। ਜੇ ਮਾਲਕ ਮਨੁੱਖ ਦੀ ਦੀਨਤਾ 'ਤੇ ਪ੍ਰਸੰਨ ਹੋ ਜਾਵੇ ਤਾਂ ਇਸ ਨੂੰ ਵੱਡੀਆਂ ਦਾਤਾਂ ਮਿਲਦੀਆਂ ਹਨ, ਪਰ ਜੇ ਇਸ ਦੀ ਗੁਸਤਾਖੀ 'ਤੇ ਗੁੱਸੇ ਹੋ ਜਾਵੇ ਤਾਂ ਭਾਵੇਂ ਡੰਨ। ਮਨੁੱਖ ਇਸ ਜੀਵਨ ਮਰਿਆਦਾ ਨੂੰ ਸੁਣ ਆਪਸ ਵਿੱਚ ਵੀ ਇਸੇ ਦੀ ਵਰਤੋਂ ਕਰਨ ਲੱਗ ਪਿਆ। ਕੋਈ ਇਕੱਲਾ ਤਕੜਾ ਜਾਂ ਚਾਰ ਜੁੜੇ ਹੋਏ ਤਕੜੇ ਮਿਲ ਅਰਸ਼ੀ ਵਾਂਗ ਹੀ ਮਾੜਿਆਂ ਨੂੰ ਆਪਣੇ ਹੁਕਮ ਵਿੱਚ ਮਨਾਉਣ ਲੱਗ ਪਏ। ਜੇ ਮਾੜੇ ਮੰਨ ਲੈਣ ਅਤੇ ਅਧੀਨ ਤੁਰਨ
ਤਾਂ ਮਨ ਆਈਆਂ ਦਾਤਾਂ ਪਾਵਨ। ਤੇ ਜੇ ਨਾ ਨੁਕਰ ਕਰਨ ਤਾਂ ਭਾਰੀ ਸਜ਼ਾਵਾਂ ਦੇ ਪਾਤਰ ਬਣਨ। ਇਸੇ ਹੀ ਨਿਯਮਾਵਲੀ ਦੇ ਆਧਾਰ 'ਤੇ ਭਾਰੀ ਸਜ਼ਾਵਾਂ ਦੇ ਪਾਤਰ ਬਣਨ। ਇਸੇ ਹੀ ਨਿਯਮਾਵਲੀ ਦੇ ਆਧਾਰ 'ਤੇ ਬੜੀਆਂ ਜਾਬਰਾਨਾ ਸਲਤਨਤਾਂ ਕਾਇਮ ਕੀਤੀਆਂ ਗਈਆਂ ਅਤੇ ਪਹਿਲਾਂ ਬੇਗਾਨਿਆਂ ਨੂੰ ਅਤੇ ਫਿਰ ਆਪਣਿਆਂ ਵਿੱਚੋਂ ਕਮਜ਼ੋਰਾਂ ਨੂੰ ਗੁਲਾਮ ਬਣਾਉਣ ਦੇ ਸਾਧਨ ਕੀਤੇ ਗਏ। ਅਰਸ਼ੀ ਮਾਲਕ ਦਾ ਹੁਕਮ ਬਿਨਾਂ ਉਜ਼ਰ ਮੰਨਣ ਵਾਲਾ ਫਰਸ਼ੀ ਮਨੁੱਖ ਆਪਣਾ ਹੁਕਮ ਵੀ ਅਜਿਹਾ ਬਿਲਾਉਜ਼ਰ ਮਨਾਉਣ ਲੱਗ ਪਿਆ ਕਿ ਉਹ ਰਾਏ ਦੇ ਖਿਲਾਫ ਨੂੰ ਪਸੰਦ ਵੀ ਨਹੀਂ ਸੀ ਕਰਦਾ। ਉਹ ਚਾਹੁੰਦਾ ਸੀ ਕਿ ਉਸ ਦੀ ਰਾਏ ਦੇ ਬਰਖਿਲਾਫ ਕੋਈ ਰਾਏ ਨਾ ਕਾਇਮ ਕੀਤੀ ਜਾਵੇ ਅਤੇ ਜੇ ਕੋਈ ਮਨੁੱਖ ਅਜਿਹਾ ਕਰਨ ਦੀ ਜ਼ਰੂਰਤ ਕਰੇ ਤਾਂ ਉਸ ਨੂੰ ਮੁਕਾ ਦਿੱਤਾ ਜਾਵੇ। ਅਤੇ ਜੇ ਮਨੁੱਖਾਂ ਵਿੱਚੋਂ ਬਣਿਆ ਹੋਇਆ ਮਾਲਕ ਦਿਨ ਨੂੰ ਰਾਤ ਕਹਿ ਦੇਵੇ ਤਾਂ ਉਸ ਦੀ ਰਿਆਇਆ ਕਹਿ ਉੱਠੇ ਕਿ ਹਾਂ ਸੱਚੀ ਮੁੱਚੀ ਤਾਰੇ ਅਤੇ ਖਿੱਤੀਆਂ ਦਿਸ ਆ ਰਹੀਆਂ ਹਨ। ਰਾਣੀ ਮਨੁੱਖ ਸਮਾਜ ਵਿੱਚ ਅਜ਼ਰਾਈਲੀਆਂ ਦੇ ਕਾਨੂੰਨ, ਈਸਾਈ ਚਰਚਾ ਦੇ ਕਾਇਦੇ ਅਤੇ ਇਸਲਾਮੀ ਸ਼ਰੀਅਤ ਉਸ ਮਨੁੱਖ ਚਲਨ ਦੀਆਂ ਨਿਸ਼ਾਨੀਆਂ ਹਨ ਜੋ ਆਪਣੇ ਹੁਕਮਾਂ ਨੂੰ ਬਿਨਾਂ ਉਜ਼ਰ ਮਨਵਾਉਣਾ ਚਾਹੁੰਦਾ ਸੀ। ਇਹ ਹੁਕਮ ਭਾਵੇਂ ਕਿਤਨੇ ਵੀ ਉੱਚੇ ਕਿਉਂ ਨਾ ਹੁੰਦੇ, ਫਿਰ ਵੀ ਇੱਕ ਸਮੇਂ ਤੋਂ ਇੱਕ ਦੇਸ਼ ਦੇ ਹੋਣ ਕਰਕੇ ਸਰਬ ਦੇਸ਼ ਅਤੇ ਸਰਬ ਕਾਲ ਵਿੱਚ ਹੂਬਹੂ ਮੰਨੇ ਜਾਣੇ ਮੁਸ਼ਕਲ ਹਨ, ਜਿਸ ਕਰਕੇ ਪਹਿਲਾਂ ਬੇਗਾਨੀਆਂ ਅਤੇ ਪਿੱਛੋਂ ਆਪਣਿਆਂ ਵਿੱਚੋਂ ਸਿਆਣਿਆਂ ਨੇ ਇਹਨਾਂ ਦੀ ਮੁਖਾਲਫਤ ਕੀਤੀ। ਮੁਖਾਲਫਤ ਕਰਨ ਵਾਲਿਆਂ 'ਤੇ ਭਾਰੀ ਜ਼ੁਲਮ ਹੋਏ। ਬਿਨਾਂ ਉਜ਼ਰ ਹੁਕਮ ਮੰਨਣ ਵਾਲੇ ਅਸਮਾਨੀ ਮਾਲਕ ਦੇ ਮਿਹਰ ਦੇ ਮੰਗਤ ਮਨੁੱਖ ਨੇ ਆਪਣੇ ਹੁਕਮ ਵੀ ਬਿਲਾਉਜ਼ਰ ਮਨਵਾਉਣੇ ਚਾਹੇ। ਉਹ ਮਤਭੇਦ ਰੱਖਣ ਵਾਲਿਆਂ 'ਤੇ ਖਿਝ ਪਿਆ। ਖਿਝਿਆ ਹੋਇਆ ਭਾਰੀ ਅਤਿਆਚਾਰਾਂ 'ਤੇ ਉਤਰ ਪਿਆ। ਯਹੂਦੀਆਂ ਦੀ ਗੈਰ ਇਜ਼ਰਾਈਲੀਆਂ ਦੇ ਖਿਲਾਫ ਨਫ਼ਰਤ ਅਤੇ ਯਹੋਵਾ ਯਾਨੀ ਯਹੂਦੀਆਂ ਦਾ ਮੰਨਿਆ ਹੋਇਆ ਖੁਦਾ ਦੀ ਨਿਵਾਜੀ ਹੋਈ ਇਸ ਖਾਸ ਕੌਮ ਦੀ ਬਾਕੀ ਦੀ ਮਨੁੱਖ ਜਾਤੀ ਨੂੰ ਘਿਰਣਾ ਨਾਲ ਦੇਖਣ, ਈਸਾਈਆਂ ਦੇ ਮੁਖਤਲਿਫ ਫਿਕਰਿਆਂ ਦੇ ਇੱਕ ਦੂਜੇ 'ਤੇ ਜ਼ੁਲਮ ਅਤੇ ਇਸਲਾਮੀ 72 ਫਿਰਕਿਆਂ ਦੀ ਆਪਸ ਵਿੱਚ ਨਫ਼ਰਤ ਭਰੀ ਵਰਤੋਂ ਇਸ ਗੱਲ ਨੂੰ ਸਾਫ਼ ਦੱਸ ਰਹੀ ਹੈ ਕਿ ਫਲਸਤੀਨ ਦੇ ਪਹਾੜੇ ਵਿੱਚੋਂ ਘੜਿਆ ਹੋਇਆ ਮਨੁੱਖ ਚਲਨ ਇੱਕ ਅਜਿਹੇ ਖੁਸ਼ਾਮਦੀ ਦਾ ਚਲਨ ਸੀ ਜੋ ਆਪੋ ਉਤਲੇ ਦੀ ਖੁਸ਼ਾਮਦ ਕਰਦਾ ਅਤੇ ਨੀਵਿਆਂ ਤੋਂ ਖੁਸ਼ਾਮਦ ਕਰਾਉਂਦਾ ਅਤੇ ਨਾ ਕਰਨ ਵਾਲਿਆਂ 'ਤੇ ਸਖਤੀ ਕਰਦਾ ਸੀ। ਦੂਸਰੀ ਮਨੁੱਖ ਚਲਨ ਦੀ ਘੜਨ ਵਾਲੀ ਟਕਸਾਲ ਵਿੱਚ ਮਨੁੱਖ ਨੂੰ ਆਪਣੀ ਅਣਹੋਂਦ ਅਤੇ ਨਿਰਾਸਤਾ ਦਾ ਪੈਗਾਮ ਦਿੱਤਾ ਗਿਆ ਸੀ। ਜਿਸ ਤਰ੍ਹਾਂ ਇਜ਼ਰਾਈਲੀਆਂ ਦੇ ਖਿਲਾਫ ਵਿੱਚ ਮਨੁੱਖ ਆਪੋ ਬੇਵੱਸ ਅਤੇ ਕਿਸੇ ਦੇ ਦਰਵਾਜ਼ੇ ਦਾ ਮੰਗਤ ਸੀ, ਜਿਸ ਤਰ੍ਹਾਂ ਈਸਾਈ ਦੇ ਖਿਆਲ ਵਿੱਚ ਮਨੁੱਖ ਆਦਮ ਦੀ ਸੰਤਾਨ ਹੋਣ ਕਰਕੇ ਪੈਦਾਇਸ਼ੀ ਗੁਨਾਹਗਾਰ ਸੀ, ਉਸੇ ਤਰ੍ਹਾਂ ਹੀ ਭਾਰਤ ਦੇ ਪੁਰਾਣੇ ਰਿਸ਼ੀ ਦੇ ਖਿਆਲ ਵਿੱਚ ਮਨੁੱਖ ਸੰਸਾਰ, ਦੇਹ ਅਤੇ ਪ੍ਰਾਣਾਂ ਤੋਂ ਬਿਲਕੁਲ ਅੱਡਰੀ ਇੱਕ ਸੂਖਸ਼ਮ ਅਤੇ ਅਗਮ ਹਸਤੀ ਸੀ, ਜਿਸ ਦਾ ਸੰਸਾਰ ਨਾਲ ਕੋਈ ਤਾਲੁਕ ਨਹੀਂ ਸੀ। ਉਹ ਜਗਤ ਨੂੰ ਇੱਕ ਭਰਾਂਤੀ ਜਾਂ ਫਲ ਰੂਪ ਬੰਧਨ ਸਮਝਦੀ ਸੀ। ਉਹ ਜਗਤ ਦੀਆਂ ਪਲਟੀਆਂ ਵਿੱਚੋਂ ਨਵੇਂ ਜੀਵਨ ਦਾ ਸੰਦੇਸ਼ ਸੁਣਨ ਦੀ ਥਾਂ ਉਹਨਾਂ ਨੂੰ ਮੌਤ ਦਾ ਸੂਚਕ ਸਮਝਦੀ ਸੀ, ਜਿਸ ਕਰਕੇ ਚੌਹਾਂ ਪਾਸਿਆਂ ਤੋਂ ਉਸ ਨੂੰ ਮੌਤ ਹੀ ਮੌਤ ਵਿਖਾਈ ਦਿੰਦੀ ਸੀ। ਉਹ ਮੌਤ ਦੇ ਭਿਆਵਲੇ ਦ੍ਰਿਸ਼ ਤੋਂ ਭੈਭੀਤ ਹੋ ਜਗਤ ਵਿੱਚੋਂ ਕਿਤੇ ਲਾਂਭੇ ਨੱਸ ਜਾਣ ਦਾ ਯਤਨ ਕਰਦੀ ਸੀ। ਉਹ ਜਗਤ ਨੂੰ ਨਾਸ਼ਵੰਤ ਕਹਿੰਦੇ ਕਹਿੰਦੇ ਇੱਥੋਂ ਤੱਕ ਪੁੱਜ ਗਏ ਕਿ ਉਸ ਦੀ ਇੱਕ ਵੱਡੀ ਸ਼੍ਰੇਣੀ ਨੂੰ ਆਪਣੀ ਹਸਤੀ ਦੀ ਹੋਂਦ 'ਤੇ ਹੀ ਸ਼ੱਕ ਪੈ ਗਿਆ। ਨਿਰਾ ਸ਼ੱਕ ਹੀ ਨਾ ਪਿਆ, ਸਗੋਂ ਉਹ ਪ੍ਰਗਟ ਤੌਰ 'ਤੇ ਕਹਿਣ ਲੱਗ ਪਏ ਕਿ ਜਗਤ ਵਿੱਚ ਕੋਈ ਹਸਤੀ ਹੈ ਹੀ ਨਹੀਂ, ਜਿਸ ਕਰਕੇ ਮੈਂ ਆਪ ਵੀ ਹਸਤੀ ਨਹੀਂ। ਕੁਝ ਪਰਮਾਣੂਆਂ ਤੋਂ ਜੁੜ ਕੇ ਇਹ ਹਸਤੀ ਬਣਦੀ ਹੈ ਜੋ ਪਰਮਾਣੂਆਂ ਦੇ ਖਿੰਡਣ ਨਾਲ ਖਤਮ ਹੋ ਜਾਂਦੀ ਹੈ। ਉਹ ਖਿੰਡਿਆ ਹੋਇਆ ਪਰਮਾਣੂ ਵੀ ਆਪਣੀ ਜ਼ਾਤ ਵਿੱਚ ਇਕੱਲਾ ਹੋਰ ਪਰਮਾਣੂਆਂ ਤੋਂ ਜੁੜ ਕੇ ਬਣਿਆ ਹੈ।
ਜਿੰਨਾ ਓੜਕ ਨੂੰ ਖਿੰਡ ਹੀ ਜਾਣਾ ਹੈ। ਇਹ ਨਿਰਾਸ਼ਤਾ ਭਰੀ ਮਨੁੱਖ ਜੀਵਨ ਦੀ ਤਸਵੀਰ ਨੂੰ ਤੱਕ ਇਨਸਾਨ ਅਜਿਹਾ ਉਦਾਸ ਹੋਇਆ ਕਿ ਉਹ ਵਸਤੀ ਵੱਲੋਂ ਵੀਰਾਨਿਆਂ ਵੱਲ ਉੱਠ ਭੱਜਾ। ਭਾਰਤ ਦੇਸ਼ ਦੇ ਅਣਗਿਣਤ ਸੰਨਿਆਸੀ, ਬੌਧ ਦੇਸ਼ਾਂ ਦੇ ਬੇਅੰਤ ਭਿਕਸ਼ੂ ਤੇ ਜੈਨੀਆਂ ਦੇ ਸਾਧੂ ਉਸ ਮਨੁੱਖੀ ਜੀਵਨ ਦੀਆਂ ਨਿਸ਼ਾਨੀਆਂ ਹਨ ਜੋ ਇਸ ਪਹਾੜੇ ਵਿੱਚ ਮਾਯੂਸੀਆਂ, ਨਾਉਮੀਦੀਆਂ, ਉਪਰਾਮਤਾ ਤੇ ਨਿਰਾਸ਼ਤਾ ਦੇ ਅੰਗਾਂ ਨੂੰ ਜੋੜ ਕੇ ਬਣਾਇਆ ਗਿਆ ਸੀ। ਪੁਰਾਣੇ ਯੁੱਗ ਦੇ ਮਨੁੱਖ ਚਲਨ ਦੇ ਦੋਹਾਂ ਪਹਿਲੂਆਂ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪਿਛਲਾ ਯੁੱਗ ਨਾਮੁਕੰਮਲ ਮਨੁੱਖ ਯੁੱਗ ਸੀ। ਉਹ ਜਾਂ ਗੁਲਾਮ ਮੰਗਤਾ ਸੀ ਜਾਂ ਨਿਰਾਸ਼ ਭਿਕਸ਼ੂ। ਗੁਲਾਮ ਬਣਾਉਂਦਾ ਹੈ ਤੇ ਮੰਗਤਾ ਮੰਗਤਿਆਂ ਨੂੰ ਹੀ ਦਿੰਦਾ ਸੀ। ਬਰਾਬਰੀ ਪਸੰਦ ਨਹੀਂ ਸੀ ਕਰਦਾ। ਜਿਸ ਨੇ ਬਰਾਬਰੀ ਕੀਤੀ ਉਸ ਨੂੰ ਮਾਰਨ ਉੱਠ ਪਿਆ। ਬੇਗਾਨੇ ਤਾਂ ਕਿਤੇ ਰਹੇ, ਆਪਣੇ ਵੀ ਉਸ ਦੀ ਮਾਰੋਂ ਨਾ ਬਚ ਸਕੇ। ਪ੍ਰੋਟੈਸਟੈਂਟ ਫਿਰਕੇ ਉੱਤੇ ਕੈਥੋਲਿਕਾਂ ਦੇ ਅਤਿਆਚਾਰ ਤੇ ਜ਼ੋਰ ਪੈਣ ਤੇ ਉਹਨਾਂ ਦਾ ਜਵਾਬ, ਸ਼ੀਆ ਉੱਤੇ ਸੁੰਨੀਆਂ ਦੇ ਧੱਕੇ, ਸੁੰਨੀਆਂ ਉੱਤੇ ਸ਼ੀਆ ਦੇ ਤਬਰੇ, ਖਾਰਜ਼ੀਆਂ ਦੇ ਇਹਨਾਂ ਦੋਹਾਂ 'ਤੇ ਵਾਰ, ਕਰਬਲਾ ਵਿੱਚ ਮਾਸੂਮ ਬੱਚਿਆਂ ਦੇ ਕਤਲ, ਸ਼ਮਸ ਜਿਹਾਂ ਦੀ ਪੁੱਠੀ ਖੱਲ ਲਾਹਣੀ, ਮਨਸੂਰ ਵਰਗਿਆਂ ਨੂੰ ਸੂਲੀ, ਸਰਮਦ ਜਿਹਾਂ ਦੀ ਗਰਦਨ ਜ਼ਦਨੀ ਤੇ ਕੁਰਾਤੁਲੈਨ ਵਰਗਿਆਂ ਕੂਜੀਆਂ ਦੀ ਬੇਗੁਨਾਹ ਮੌਤ ਵਰਗੀਆਂ ਘਟਨਾਵਾਂ ਇਸ ਦਾ ਮੁਕੰਮਲ ਮਨੁੱਖ ਦੇ ਖਿਝੇ ਹੋਏ ਮਨੁੱਖ ਚਲਨ ਦੀ ਅਵਸਥਾ ਨੂੰ ਪ੍ਰਗਟ ਕਰਦੀਆਂ ਹਨ। ਇਸ ਤਰ੍ਹਾਂ ਹੀ ਭਾਰਤ ਦਾ ਹਜ਼ਾਰਾਂ ਬਰਸਾਂ ਤੋਂ ਗੁਲਾਮ ਰਹਿਣਾ, ਤਿੱਬਤ ਦਾ ਮਦਹੋਸ਼, ਬਰਮਾ ਦਾ ਉਂਗਲਟਿਆ ਹੋਇਆ ਤੇ ਚੀਨ ਦਾ ਅਫੀਮੀ ਜਿਹਾ ਜੀਵਨ ਪੁਰਾਣੇ ਨਿਰਾਸ਼ ਮਨੁੱਖ ਚਲਨ ਦੀਆਂ ਪ੍ਰਤੱਖ ਤਸਵੀਰਾਂ ਹਨ। ਇਹੀ ਕਾਰਨ ਹੈ ਕਿ ਨਵੇਂ ਯੁੱਗ ਦੇ ਸੰਦੇਸ਼ ਨਾਲ ਹੀ ਨਵਾਂ ਮਨੁੱਖ ਚਲਨ ਬਿਆਨ ਕੀਤਾ ਗਿਆ। ਜੇ ਇਉਂ ਕਹਿ ਦਈਏ ਤਾਂ ਗਲਤ ਨਹੀਂ ਹੋਵੇਗਾ ਕਿ ਨਵੇਂ ਮਨੁੱਖ ਚਲਨ ਦਾ ਦਰਸਾਉਣਾ ਹੀ ਨਵੇਂ ਯੁੱਗ ਦੀ ਖਬਰ ਦੇਣਾ ਹੈ। ਹਰ ਸੁਬਹ ਨੂੰ ਆਕਾਸ਼ 'ਤੇ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਲਾਲੀ ਧੁੰਮਦੀ ਹੈ। ਇਸ ਲਾਲੀ ਵਿੱਚੋਂ ਭਾਵੇਂ ਹਲਕੀ ਰੋਸ਼ਨੀ ਨਿਕਲਦੀ ਹੈ, ਪਰ ਇਹ ਰੋਸ਼ਨੀ ਕਿਸੇ ਆਉਣ ਵਾਲੇ ਭਾਰੇ ਪ੍ਰਕਾਸ਼ ਦੀ ਖਬਰ ਦੇ ਰਹੀ ਹੁੰਦੀ ਹੈ। ਇਸੇ ਤਰ੍ਹਾਂ ਹੀ ਨਵੇਂ ਯੁੱਗ ਦੇ ਆਉਣ ਤੋਂ ਪਹਿਲਾਂ ਮਨੁੱਖ ਚਲਨ ਦੇ ਆਕਾਸ਼ ਵਿੱਚ ਪੌ ਫੁਟਾਲੇ ਦੀ ਲਾਲੀ ਧੁੰਮੀ ਸੀ। ਉਸ ਨੇ ਪ੍ਰਕਾਸ਼ ਤਾਂ ਭਾਵੇਂ ਹਲਕਾ ਜਿਹਾ ਹੀ ਕੀਤਾ ਸੀ, ਪਰ ਉਸ ਤੋਂ ਚੜ੍ਹਨ ਵਾਲੇ ਸੂਰਜ ਦਾ ਅਨੁਮਾਨ ਜ਼ਰੂਰ ਹੁੰਦਾ ਸੀ। ਇਸ ਲਾਲੀ ਵਿੱਚੋਂ ਪੁਰਾਣੇ ਮਨੁੱਖ ਚਲਨ ਤੋਂ ਇਨਕਾਰ ਕੀਤਾ ਗਿਆ ਸੀ ਤੇ ਨਵੇਂ ਜੀਵਨ ਦੀ ਗੱਲ ਸੰਗਦਿਆਂ ਸੰਗਦਿਆਂ ਦੱਸੀ ਜਾ ਰਹੀ ਸੀ। ਹਾਂ, ਇਹ ਜ਼ਰੂਰ ਕਿਹਾ ਗਿਆ ਸੀ ਕਿ ਪਿਛਲਾ ਨਿਜ਼ਾਮ ਖਤਮ ਹੋਣ ਵਾਲਾ ਹੈ। ਨਵੇਂ ਦਾ ਝਲਕਾ ਵੀ ਪੈਂਦਾ ਸੀ, ਪਰ ਉਸ ਦੇ ਬਿਆਨ ਕਰਨ ਤੋਂ ਝਿਜਕ ਸੀ। ਮਸਤਾਨਾ ਵਾਰ ਨਾਅਰੇ ਤਾਂ ਵੱਜਦੇ ਸਨ, ਪਰ ਮਰਿਆਦਾ ਚਲਾਉਣ ਵਾਲੀ ਚਰਚਾ ਨਹੀਂ ਸੀ ਕੀਤੀ ਜਾਂਦੀ। ਅਜਿਹਾ ਕਰਨ ਤੋਂ ਭੈ ਲੱਗਦਾ ਸੀ, ਕਿਉਂਕਿ ਨਵੇਂ ਯੁੱਗ ਦਾ ਨਵਾਂ ਮਨੁੱਖ ਮੁਕੰਮਲ ਇਨਸਾਨ ਹੋਣਾ ਸੀ। ਉਹ ਗੁਲਾਮ ਨਹੀਂ ਸੀ ਰਹਿਣਾ, ਜਿਸ ਕਰਕੇ ਉਸ ਨੇ ਕਿਸੇ ਨੂੰ ਗੁਲਾਮ ਨਹੀਂ ਸੀ ਰੱਖ ਸਕਣਾ। ਉਹ ਬਰਾਬਰੀ ਦਾ ਦਾਅਵੇਦਾਰ ਹੋਣਾ ਸੀ, ਜਿਸ ਕਰਕੇ ਪੁਰਾਤਨਤਾ ਨੇ ਜੋ ਉੱਚੇ ਨੀਵੇਂ ਦਰਜਿਆਂ ਦੀ ਕਾਇਲ ਸੀ, ਕੁਦਰਤੀ ਤੌਰ 'ਤੇ ਉਸ ਆਵਾਜ਼ ਨੂੰ ਮਾਰਨ ਲਈ ਉੱਠ ਖੜਾਉਣਾ ਸੀ। ਕਈਆਂ ਨੂੰ ਮਾਰਾਂ ਵੀ ਪਈਆਂ, ਕਈਆਂ ਦੀਆਂ ਖੱਲਾਂ ਵੀ ਉਧੜੀਆਂ, ਜਿਸ ਕਰਕੇ ਇਹ ਆਵਾਜ਼ ਮੱਧਮ ਜਿਹੀ ਰਹੀ। ਪਰ ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਗੁਰੂ ਨਾਨਕ ਸਾਹਿਬ ਦੇ ਰਾਹੀਂ ਮਿਲੇ ਨਵੇਂ ਯੁੱਗ ਦੇ ਮਨੁੱਖ ਜੀਵਨ ਦੇ ਸੰਦੇਸ਼ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਭਰਾਂਸ਼ ਸ਼੍ਰੇਣੀ ਦੇ ਜਲਾਲ ਦੀ ਲਾਲੀ ਮਨੁੱਖ ਜੀਵਨ 'ਤੇ ਆਕਾਸ਼ 'ਤੇ ਧੁੰਮ ਚੁੱਕੀ ਸੀ। ਇਹ ਨਵੇਂ ਯੁੱਗ ਦੀ ਆ ਰਹੀ ਰੋਸ਼ਨੀ ਨੂੰ ਤੱਕ ਉਤਸ਼ਾਹ ਨਾਲ ਭਰਪੂਰ ਉਛਲ ਪਏ। ਇਹ ਨਵੇਂ ਯੁੱਗ ਦੀ ਆ ਰਹੀ ਰੋਸ਼ਨੀ ਨੂੰ ਤੱਕ ਉਤਸ਼ਾਹ ਨਾਲ ਭਰਪੂਰ ਹੋ ਉਛਲ ਪਏ। ਭਗਤ ਕੇਵਲ ਮਨੁੱਖ ਚਲਨ ਦੇ ਉਸ ਹਿੱਸੇ ਦੇ ਵਿਰੁੱਧ ਹੀ ਨਾ ਬੋਲ ਉੱਠੇ ਜੋ ਕਿ ਮਨੁੱਖ ਨੂੰ ਗੁਲਾਮ ਤੇ ਮੰਗਤਾ ਬਣਾਉਂਦਾ ਸੀ।
ਸਗੋਂ ਉਪਰਾਮ ਤੇ ਨਿਰਾਸ਼ ਬਣਾਉਣ ਵਾਲਿਆਂ ਆਚਾਰਿਆਂ ਦੇ ਸੱਤ 'ਤੇ ਵੀ ਟਿੱਕਾ ਟਿੱਪਣੀ ਕਰਨ ਲੱਗ ਪਏ। ਉਹਨਾਂ ਨੇ ਇਸ ਮਤ ਦੇ ਮੁੱਢਲੇ ਆਚਾਰਿਆ ਬ੍ਰਾਹਮਣ ਨੂੰ ਗੱਜ ਕੇ ਕਿਹਾ, ਤੇਰੀ ਜੀਵਨ ਜੁਗਤੀ ਵਿੱਚ ਕੋਈ ਜ਼ਿੰਦਗੀ ਨਹੀਂ, ਖੇੜਾ ਨਹੀਂ, ਉਤਸ਼ਾਹ ਨਹੀਂ। ਮਨੁੱਖ ਜਾਤੀ ਦੇ ਇੱਕ ਵੱਡੇ ਹਿੱਸੇ ਨੇ ਮੁੱਦਤਾਂ ਤੋਂ ਆਪਣੇ ਆਪ ਨੂੰ ਪਸ਼ੂਆਂ ਵਾਂਗ ਤੇਰੇ ਸਪੁਰਦ ਕਰ ਛੱਡਿਆ ਸੀ। ਉਹ ਤੈਨੂੰ ਆਪਣਾ ਰਖਵਾਲਾ ਸਮਝਦਾ ਰਿਹਾ, ਪਰ ਤੂੰ ਕਦੇ ਵੀ ਉਸ ਦਾ ਪਾਰ ਉਤਾਰਾ ਨਾ ਕੀਤਾ। ਤੂੰ ਸਦਾ ਹੀ ਉਸ ਨੂੰ ਨਿਰਾਸ਼ਤਾ ਅਤੇ ਉਪਰਾਮਤਾ ਦੀਆਂ ਖੱਡਾਂ ਵਿੱਚ ਚਾਰਦਾ ਫਿਰਿਆ। ਕਦੇ ਵੀ ਜੀਵਨ ਦੀ ਸਿਖਰ ਚੋਟੀ 'ਤੇ ਉਤਸ਼ਾਹ ਦੀਆਂ ਬੁਲੰਦੀਆਂ 'ਤੇ ਨਾ ਲੈ ਗਿਓ। ਨਿਰਾਸ਼ਵਾਦੀ ਮਤ ਦੇ ਆਗੂ ਜੀਵਨ ਦੀ ਅਸਲੀ ਥੁੜ ਦੇ 4 ਦਿਨ ਕਰਮਕਾਂਡਾਂ ਅਤੇ ਰੀਤੀ ਰਸਮਾਂ ਦੇ ਝਮੇਲਿਆਂ ਵਿੱਚ ਪਾ ਕੇ ਲੰਘਾਉਂਦੇ ਸਨ। ਮਨੋਂ ਟੁੱਟਾ ਹੋਇਆ ਮਨੁੱਖ ਖਿਝ ਤਾਂ ਕੁਦਰਤੀ ਹੀ ਜਾਂਦਾ ਹੈ। ਸੋ ਬ੍ਰਾਹਮਣ ਦਾ ਸ਼ਾਗਿਰਦ ਵੀ ਖਿਝਿਆ ਹੋਇਆ ਸੀ। ਉਹ ਜ਼ਾਤ ਪਾਤ ਦੇ ਝਮੇਲੇ ਵਿੱਚ ਪਾ ਮਨੁੱਖ ਜਾਤੀ ਨੂੰ ਪਹਿਲਾਂ 4 ਹਿੱਸਿਆਂ ਵਿੱਚ ਵੰਡ, ਫਿਰ ਅਗਾਂਹ ਇੱਕ ਹਿੱਸੇ ਦੇ ਅਨੇਕ ਕਰ ਪਰਸਪਰ ਗਿਲਾਨੀ ਅਤੇ ਨਫ਼ਰਤ ਦਾ ਪਸਾਰਾ ਪਸਾਰ ਬੈਠਾ ਸੀ। ਜਿੱਥੇ ਨਿਰਾਸ਼ਾਵਾਦ ਦੇ ਕਾਰਨ ਚੰਗੇ ਮਨੁੱਖਾਂ ਦੇ ਸੰਨਿਆਸ ਲੈ ਜੰਗਲਾਂ ਨੂੰ ਚਲੇ ਜਾਣ ਕਰਕੇ ਸਮਾਜ ਪਹਿਲਾਂ ਹੀ ਰਸ ਨਿਕਲਿਆ ਪੰਛੀਆਂ ਵਾਂਗ ਫਿੱਕਾ ਪੈ ਰਿਹਾ ਸੀ, ਉੱਥੇ ਵਰਣ ਆਸ਼ਰਮ ਦੀਆਂ ਵੰਡ ਅਤੇ ਜ਼ਾਤ ਪਾਤ ਦੀਆਂ ਝਮੇਲੇ ਨੇ ਜੀਵਨ ਹੋਰ ਵੀ ਤਲਖ ਕਰ ਦਿੱਤਾ ਸੀ। ਸੰਤਾਂ ਨੇ ਇਹਨਾਂ ਖਰਾਬੀਆਂ ਦੇ ਖਿਲਾਫ ਵੀ ਆਵਾਜ਼ ਉਠਾਈ। ਉਹਨਾਂ ਨੇ ਬ੍ਰਾਹਮਣ ਨੂੰ ਵੰਗਾਰ ਕੇ ਆਖਿਆ, ਮਨੁੱਖ ਜਾਤੀ ਦੀ ਜਨਮ ਤੋਂ ਜਾਤ ਵਿਅਰਥ ਹੈ। ਬ੍ਰਾਹਮਣ ਅਤੇ ਸ਼ੂਦਰ ਦੇ ਵਿਤਕਰੇ ਵਾਧੂ ਹਨ। ਜੇ ਇਹਨਾਂ ਦੀ ਕੋਈ ਅਸਲੀਅਤ ਹੁੰਦੀ ਤਾਂ ਸਾਰੇ ਮਨੁੱਖਾਂ ਦੀਆਂ ਰਗਾਂ ਵਿੱਚ ਇੱਕੋ ਜਿਹਾ ਖੂਨ ਨਾ ਹੁੰਦਾ, ਸਗੋਂ ਕਿਧਰੇ ਦੁੱਧ ਅਤੇ ਕਿਧਰੇ ਲਹੂ। ਗਲ ਕੇ ਭਗਤਾਂ ਨੇ ਬ੍ਰਾਹਮਣਾਂ ਦੇ ਪੁਰਾਣੇ ਨਿਜ਼ਾਮ ਦੇ ਖਿਲਾਫ ਆਵਾਜ਼ ਉਠਾਈ ਅਤੇ ਨਵੇਂ ਨਿਜ਼ਾਮ ਦੀ ਉਡੀਕ ਕਰਨ ਲੱਗੇ। ਭਾਵੇਂ ਦੋਹਾਂ ਦੀ ਪੁਰਾਣੇ ਜੀਵਨ ਪਹਾੜਿਆਂ ਤੋਂ ਘੜੇ ਹੋਏ ਮਨੁੱਖ ਜੀਵਨ ਵਿੱਚ ਵਾਪਰ ਰਹੀਆਂ ਕਮੀਆਂ ਨੂੰ ਯੁੱਗ ਦੇ ਅੰਤ 'ਤੇ ਦੋਹੀਂ ਪਾਸੀ ਕਿਸੇ ਕਿਸੇ ਸੰਤ ਨੇ ਗੱਜ ਵੱਜ ਕੇ ਬਿਆਨ ਕੀਤਾ ਅਤੇ ਨਵੇਂ ਜੀਵਨ ਦਾ ਨਾਅਰਾ ਵੀ ਮਾਰਿਆ, ਪਰ ਉਹ ਨਵੇਂ ਯੁੱਗ ਲਈ ਜੀਵਨ ਦਾ ਅਜਿਹਾ ਰਸਤਾ ਕਾਇਮ ਨਾ ਕਰ ਸਕੇ ਜਿਸ 'ਤੇ ਮਨੁੱਖ ਜਾਤੀ ਤੁਰ ਸਕਦੀ। ਉਹਨਾਂ ਦਾ ਹੁਲਾਸ ਜਾਤੀ ਦੇ ਨਾਅਰੇ ਸ਼ਖਸੀ ਸਨ। ਉਹ ਜੀਵਨ ਕਣੀਆਂ ਦੀਆਂ ਵਾਂਛੜਾਂ ਜ਼ਰੂਰ ਸਨ, ਪਰ 12 ਮਾਹੀ ਵਹਿਣ ਵਾਲੇ ਚਸ਼ਮੇ ਨਹੀਂ ਸਨ। ਇਹੀ ਕਾਰਨ ਹੈ ਕਿ ਉਹ ਆਪਣੀ ਅਨੁਭਵ ਕੀਤੀ ਹੋਈ ਰੋਸ਼ਨੀ ਦੇ ਚਾਨਣ ਵਿੱਚ ਆਪਣਾ ਜੀਵਨ ਤਾਂ ਸਫਲ ਕਰ ਗਏ, ਪਰ ਮਨੁੱਖ ਜਾਤੀ ਲਈ ਰਸਤਾ ਕਾਇਮ ਨਾ ਕਰ ਸਕੇ। ਸ਼ਮਸ, ਮਨਸੂਰ ਅਤੇ ਸਰਮਦ ਤਾਂ ਜੀਵਨ ਦੀ ਸਿਖਰ 'ਤੇ ਚੜ੍ਹੇ, ਪਰ ਇਸ ਚੋਟੀ 'ਤੇ ਚੜ੍ਹਨ ਲਈ ਕੋਈ ਪਗਡੰਡੀ ਨਾ ਬਣਾ ਸਕੇ। ਉਹਨਾਂ ਦੇ ਪੈਰਾਂ ਦੇ ਨਿਸ਼ਾਨ ਛੇਤੀ ਹੀ ਪੁਰਾਤਨਤਾ ਦੀ ਸਿਆਹੀ ਨੇ ਮਿਟਾ ਦਿੱਤੇ। ਕਬੀਰ ਤਾਂ ਸਾਧ ਸੰਗ ਪ੍ਰਗਟ ਹੋ ਗਿਆ, ਪਰ ਬਾਕੀ ਦੇ ਕੋਰੇ ਅਛੂਤ ਹੀ ਰਹੇ। ਰਵਿਦਾਸ ਤਾਂ ਲਾਖੀਨਾ ਹੋਇਆ, ਪਰ ਚਮਾਰ ਜਾਤੀ ਕੌਡੀ ਦੀ ਹੀ ਰਹੀ। ਨਾਮਦੇਵ ਨੇ ਤੇ ਦੇਵਰਾ ਹੀ ਵੀ ਫਿਰਾ ਦਿੱਤਾ, ਪਰ ਛੀਬਿਆਂ ਲਈ ਦੇਵ ਮੰਦਰ ਦੇ ਦਰਵਾਜ਼ੇ ਫੇਰ ਵੀ ਨਾ ਖੁੱਲ੍ਹੇ। ਗਲ ਕੇ ਇਹਨਾਂ ਦੁਵੱਲੀ ਦੇਵ ਰੂਹਾਂ ਦੇ ਯਤਨ ਕਿਸੇ ਆਉਣ ਵਾਲੇ ਚਾਨਣ ਦਾ ਇਸ਼ਾਰਾ ਤਾਂ ਦਿੰਦੇ ਰਹੇ, ਪਰ ਉਹ ਚਾਨਣ ਬਣ ਚਮਕਣਾ ਇਹਨਾਂ ਦੇ ਹਿੱਸੇ ਨਾ ਆ ਸਕਿਆ। ਇਹ ਕੋਈ ਆਪਣੇ ਵੱਸ ਦੀ ਗੱਲ ਨਹੀਂ ਸੀ। ਕੁਦਰਤ ਦਾ ਨਿਜ਼ਾਮ ਚਲਾਵਨਹਾਰ ਕਾਦਰ ਦੇ ਹੱਥ ਸੀ। ਉਸ ਨੇ ਨਵੇਂ ਜੀਵਨ ਦਾ ਰਾਹ ਚਲਾਉਣਾ ਗੁਰੂ ਨਾਨਕ ਦੇ ਹਿੱਸੇ ਵਿੱਚ ਹੀ ਰੱਖਿਆ ਸੀ। ਇਹ ਗਾਡੀ ਰਾਹ ਉਸ ਨੇ ਹੀ ਚਲਾਉਣੀ ਸੀ, ਸੋ ਉਹਨਾਂ ਚਲਾ ਦਿੱਤਾ। ਪਰ ਚਲਾਉਂਦਿਆਂ ਹੋਇਆਂ ਇਹਨਾਂ ਸਤਿਪੁਰਖਾਂ ਦੀ ਘਾਲ ਨੂੰ ਵੀ ਅੱਖਾਂ ਤੋਂ ਓਹਲੇ ਨਹੀਂ ਕੀਤਾ, ਸਗੋਂ ਉਸ ਨੂੰ ਅਪਣਾ ਲਿਆ ਗਿਆ। ਨਵੇਂ ਜਗਤ ਦੇ ਗੀਤ
ਗਾਉਣ ਲੱਗਿਆਂ ਉਹਨਾਂ ਦੀਆਂ ਸੁਰਾਂ ਵੀ ਨਾਲ ਮਿਲਾ ਲਈਆਂ ਗਈਆਂ। ਅਤੇ ਜਿਸ ਤਰ੍ਹਾਂ ਈਸਾਈਅਤ ਵਿੱਚ ਯੂਹੰਨਾ ਮਸੀਹ ਦੇ ਆਉਣ ਦੀ ਖੁਸ਼ਖਬਰੀ ਦੇਣ ਵਾਲਾ ਅਤੇ ਮਸੀਹ ਖੁਦ ਇਕੱਠੇ ਰਲ ਬੈਠੇ, ਉੱਦਾਂ ਹੀ ਨਵੇਂ ਜਗਤ ਜੀਵਨ ਦੇ ਸੰਦੇਸ਼ ਦੇ ਆਉਣ ਦੀ ਖਬਰ ਦੇਣ ਵਾਲੇ ਅਤੇ ਸੰਦੇਸ਼ ਇੱਕ ਰੂਪ ਹੋ ਜਗਤ ਕਲਿਆਣ ਦਾ ਕਾਰਨ ਬਣੇ। ਵਾਹਿਗੁਰੂ ਜੀ।